करवाउण मैरिज आई सी, बट ये सोच रहे भी ये स्ट्रैस लाइक बन गई है, ना कि एक मैरिज आ। कुछ भी नहीं वीर जी, सब कुछ डेड आ लाइफ हुण तां। फैमिली साडे तो भी स्ट्रैस लैंदी है, सानू देख देख के, असीं उन्हां नूं देख देख के लैंदे आ, होर कुछ नहीं। पता लग्या भी बॉर्डर्स बंद हो गया जी, तो कुछ समझ भी नहीं लग रहा सी उस टाइम करिए कि, क्योंकि 6 घंटे पहला ही न्यूजीलैंड गवर्नमेंट ने सानू दस्सिया भी बॉर्डर्स क्लोज ने। सानू वो दिन याद कर के रोना आउंदा जिस दिन असीं उत्थों आए सी। इवन कि माइग्रेंट्स नूं तां सिर्फ यही दस रहे भी ये वायरस ने, ना कि मतलब उन्हां दे लोग ने। सेविंग्स खत्म हो गई, बट असीं आपदे बिल्स नहीं पे करनों हटे, बिकॉज सानू हजे भी उम्मीद हैगी आ भी असीं एक ना एक दिन जावांगे। असीं आपदा गोल्डन पीरियड ऑफ टाइम उत्थे स्पेंड करना चाहुंदे सी, कदे हजे भी करना चाहुंदे आ भी हजे साडियां बहुत उम्मीदां। सो प्लीज़ आई बैक इवन आई इट्स अ हंबल रिक्वेस्ट कि बॉर्डर जल्दी तो जल्दी ओपन कर। ਵੀਡੀਓ ਸਾਡੇ ਵਾਲਾ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਸੁਖਰਾਜ ਗਾਖਲ। ਲਗਾਤਾਰ ਤੁਹਾਡੇ ਨਾਲ ਮਾਈਗ੍ਰੈਂਟਸ ਦੇ ਰਿਗਾਰਡਿੰਗ ਸਟੋਰੀਜ਼ ਲੈ ਕੇ ਆ ਰਹੇ ਆ। ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸਟੋਰੀਜ਼ ਨੂੰ ਬਹੁਤ ਸਾਰਾ ਪਿਆਰ ਵੀ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਦੇ ਲਈ ਕਿ ਤੁਸੀਂ ਇਹਨਾਂ ਮਾਈਗ੍ਰੈਂਟਸ ਦੀ ਆਵਾਜ਼ ਬਣੇ ਹੋਏ ਹੋ, ਕਿਉਂਕਿ ਇਹਨਾਂ ਦਾ ਸਹਾਰਾ ਬਣਨਾ ਬੇहद ਜ਼ਰੂਰੀ ਆ। ਇਹਨਾਂ ਦੇ ਹਾਲਾਤ ਜੋ ਇਸ ਸਮੇਂ ਪੰਜਾਬ ਦੇ ਵਿੱਚ ਨੇ, ਅਸੀਂ ਜਦੋਂ ਇਹਨਾਂ ਨੂੰ ਮਿਲਦੇ ਹਾਂ ਤਾਂ ਸਾਡਾ ਇੱਕ ਫਰਜ਼ ਬਣ ਜਾਂਦਾ ਕਿ ਤੁਹਾਨੂੰ ਅਪੀਲ ਕਰਨਾ ਕਿ ਤੁਸੀਂ ਇਹਨਾਂ ਦੀ ਸਟੋਰੀਜ਼ ਇੰਨੀਆਂ ਕੁ ਸ਼ੇਅਰ ਕਰੋ ਤਾਂ ਕਿ ਨਿਊਜ਼ੀਲੈਂਡ ਗਵਰਨਮੈਂਟ ਤੱਕ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਪਹੁੰਚ ਚੁੱਕੇ। ਸੋ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਨਵਪ੍ਰੀਤ ਕੌਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕ੍ਰਾਈਸਟਚਰਚ ਤੋਂ ਇਹ ਬਿਲੋਂਗ ਕਰਦੇ ਨੇ। ਪਿਛਲੇ 4-4.5 ਸਾਲ ਇਹ ਕ੍ਰਾਈਸਟਚਰਚ ਦੇ ਵਿੱਚ ਰਹੇ ਨੇ, ਪਰ ਪਿਛਲੇ 1.5 ਸਾਲ ਤੋਂ ਇਹ ਵੀ ਇੰਡੀਆ ਦੇ ਵਿੱਚ ਫਸੇ ਹੋਏ ਨੇ। ਇਹ ਤੇ ਇਹਨਾਂ ਦੇ ਪਾਰਟਨਰ ਜਿਹੜੇ ਆ ਉਹ ਇੰਡੀਆ ਵਿਜ਼ਿਟ ਕਰਨ ਦੇ ਲਈ ਆਏ ਸੀ, ਪਰ ਸਮਹਾਓ ਜਿਹੜਾ ਉਹ ਇੱਥੇ ਹੁਣ ਫਸ ਚੁੱਕੇ ਨੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਸਾਡੇ ਵਾਲੇ 'ਤੇ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਇੰਡੀਆ ਦੇ ਵਿੱਚ ਫਸਿਆ ਨੂੰ? 1.5 ਸਾਲ ਹੋ ਗਿਆ ਵੀਰ ਜੀ ਇੱਥੇ ਆਇਆ ਨੂੰ। ਮੈਰਿਜ ਕਰਵਾਉਣ ਆਏ ਸੀਗੇ, ਬਟ ਉਦੋਂ ਬਾਅਦ 'ਚ ਅਸੀਂ ਇੱਥੇ ਆ ਕੇ ਸਟਕ ਹੋ ਗਏ ਹਾਂ। ਅਤੇ 10-15 ਦਿਨਾਂ ਬਾਅਦ ਹੀ ਫਲਾਈਟ ਸੀਗੀ। ਐਟ ਦਾ ਟਾਈਮ ਹੀ ਸਾਨੂੰ ਪਤਾ ਲੱਗਿਆ ਵੀ ਬਾਰਡਰਸ ਬੰਦ ਹੋ ਗਿਆ ਜੀ, ਅਤੇ ਕੁਛ ਸਮਝ ਵੀ ਨਹੀਂ ਲੱਗ ਰਿਹਾ ਸੀ ਉਸ ਟਾਈਮ ਕਰੀਏ ਕਿ, ਕਿਉਂਕਿ 6 ਘੰਟੇ ਪਹਿਲਾਂ ਹੀ ਨਿਊਜ਼ੀਲੈਂਡ ਗਵਰਨਮੈਂਟ ਨੇ ਸਾਨੂੰ ਦੱਸਿਆ ਵੀ ਬਾਰਡਰਸ ਕਲੋਜ਼ ਨੇ। ਉਸ ਟਾਈਮ ਸਾਡੇ ਦਿਮਾਗ 'ਚ ਇਹੀ ਸੀਗਾ ਵੀ ਓਨਲੀ ਫॉर 1 ਮੰਥ ਹੀ ਬਾਰਡਰਸ ਕਲੋਜ਼ ਰਹਿਣਗੇ, ਬਟ ਉਸ ਟਾਈਮ ਇਹ ਨਹੀਂ ਸੋਚਿਆ ਸੀ ਵੀ ਇੰਨੇ ਸਾਲ ਅਸੀਂ ਇੱਥੇ ਹੀ ਬੈਠੇ ਰਹਾਂਗੇ। ਹੋਪਸ ਸੀ ਸਾਡੀਆਂ ਵੀ ਅਸੀਂ ਵੀ ਆਪਦਾ ਫਿਊਚਰ ਬਣਾਈਏ, ਬਟ ਹੁਣ ਸਭ ਕੁਛ ਖਤਮ ਹੋ ਚੁੱਕਿਆ। ਨਿਊਜ਼ੀਲੈਂਡ ਗਵਰਨਮੈਂਟ ਦੇ ਵੀ ਅਪੀਲ ਕੀਤੀ ਸੀ ਬਹੁਤ, ਬਟ ਕੁਛ ਨਹੀਂ ਸੁਣ ਰਹੀ ਹੁਣ ਅਜੇ ਤੱਕ। ਜਿਹੜੀਆਂ ਸੋਚਾਂ ਲੈ ਕੇ ਤੁਸੀਂ 4-4.5 ਸਾਲ ਰਹੇ ਹੋ ਕ੍ਰਾਈਸਟਚਰਚ ਦੀ, ਕਿੰਨੇ ਖੂਬਸੂਰਤ ਕ੍ਰਾਈਸਟਚਰਚ ਜਾਂ ਨਿਊਜ਼ੀਲੈਂਡ ਦੇ ਵਿੱਚ ਰਹੇ ਹੋ, ਤੁਹਾਨੂੰ ਲੱਗਦਾ ਕਿ ਉਹ ਉਮੀਦਾਂ ਗਵਰਨਮੈਂਟ 'ਤੇ ਖਰੀ ਉਤਰੀ ਹੁਣ? ਹਜੇ ਤੱਕ ਤਾਂ ਬਿਲਕੁਲ ਵੀ ਨਹੀਂ। ਜਿੱਦਾਂ ਜਦੋਂ ਅਸੀਂ ਗਏ ਸੀ 2016 'ਚ ਗਏ ਸੀ ਮੈਂ ਸਟੂਡੈਂਟ ਵੀਜ਼ੇ 'ਤੇ, ਉਸ ਟਾਈਮ ਮੈਂ ਇਹੀ ਸੋਚਿਆ ਸੀ ਵੀਜ਼ੇ 'ਤੇ ਆਵਾਂਗੇ, ਰੈਜ਼ੀਡੈਂਸੀ ਲਵਾਂਗੇ, ਇੱਥੇ ਹੀ ਰਵਾਂਗੇ, ਬਟ ਹੁਣ ਇੱਦਾਂ ਲੱਗਦਾ ਵੀ ਉੱਥੋਂ ਮੂਵ ਹੋ ਜਾਂਦੇ ਤਾਂ ਬੈਟਰ ਸੀ। ਬਿਕੋਜ਼ ਇੱਥੇ ਆਏ ਹਾਂ, ਇੰਨੇ ਪ੍ਰੋਟੈਸਟ ਵੀ ਕੀਤੇ ਆ, ਡੇਲੀ ਮੇਲਸ ਕਰਨੀਆਂ, ਨਿਊਜ਼ੀਲੈਂਡ ਗਵਰਨਮੈਂਟ ਕੁਛ ਵੀ ਨਹੀਂ ਕਰ ਰਹੀ। ਈਵਨ ਕਿ ਪ੍ਰਾਈਮ ਮਿਨਿਸਟਰ ਤੱਕ ਨੂੰ ਵੀ ਪਤਾ, ਬਟ ਉਹ ਕੁਛ ਨਹੀਂ, ਅਪੀਲ ਸੁਣ ਵੀ ਨਹੀਂ ਰਹੇ। ਈਵਨ ਕਿ ਮਾਈਗ੍ਰੈਂਟਸ ਨੂੰ ਤਾਂ ਉਹ ਸਿਰਫ ਇਹੀ ਦੱਸ ਰਹੇ ਵੀ ਇਹ ਵਾਇਰਸ ਨੇ, ਨਾ ਕਿ ਮਤਲਬ ਉਹਨਾਂ ਦੇ ਲੋਕ ਨੇ। ਇਹ ਜਿਸ ਧਰਤੀ ਤੁਸੀਂ ਆਪਣਾ ਕਰਮ ਭੂਮੀ ਮੰਨੀ ਹੈ ਨਾ, 4 ਸਾਲ ਉੱਥੇ ਰਹੇ ਆ, ਟੈਕਸ ਵੀ ਪੇ ਕੀਤਾ, ਉੱਥੇ ਦੇ ਰੂਲ ਰੈਗੂਲੇਸ਼ਨ ਜਿਹੜੇ ਉਹ ਤੁਸੀਂ ਫੋਲੋ ਕੀਤੇ ਆ, ਵਧੀਆ ਇੱਕ ਨਾਗਰਿਕ ਹੋਣ ਦਾ ਉੱਥੇ ਸਬੂਤ ਦਿੱਤਾ, ਪਰ ਹੁਣ ਉਹਨਾਂ ਵੱਲੋਂ ਇਹੋ ਜਿਹਾ ਵਤੀਰਾ ਅਸੈਪਟੇਬਲ ਹੈ? ਬਿਲਕੁਲ ਵੀ ਨਹੀਂ ਵੀਰ ਜੀ। ਹਜੇ ਤੱਕ ਵੀ ਅਸੀਂ ਮਤਲਬ ਆਲਮੋਸਟ 1 ਈਅਰ ਹੋ ਗਿਆ ਸੀ ਅਸੀਂ ਰੈਂਟ ਪੇ ਕਰ ਰਹੇ ਸੀ, ਕਰ ਲਿਆ, ਟੈਕਸਿਸ ਹਜੇ ਜਾ ਰਹੇ ਆ, ਈਵਨ ਕਿ ਕਾਰ ਇੰਸ਼ੋਰੈਂਸ ਸਭ ਕੁਛ। ਸੇਵਿੰਗਸ ਖਤਮ ਹੋ ਗਈਆਂ, ਬਟ ਅਸੀਂ ਆਪਦੇ ਬਿਲਸ ਨਹੀਂ ਪੇ ਕਰਨੋਂ ਹਟੇ, ਬਿਕੋਜ਼ ਸਾਨੂੰ ਹਜੇ ਵੀ ਉਮੀਦ ਹੈਗੀ ਆ ਵੀ ਅਸੀਂ ਇੱਕ ਨਾ ਇੱਕ ਦਿਨ ਜਾਵਾਂਗੇ। ਬਿਕੋਜ਼ ਸਾਰੀ ਲਾਈਫ ਉੱਥੇ ਸਪੈਂਡ ਕਰਨ ਬਾਰੇ ਸੋਚਿਆ, ਹੁਣ ਇੰਡੀਆ ਰਹਿ ਕੇ ਜਾਂ ਹੋਰ ਕੰਟਰੀ ਬਾਰੇ ਸੋਚਣਾ ਬਹੁਤ ਡਿਫੀਕਲਟ ਆ। ਬਿਕੋਜ਼ ਇੱਕ ਵਾਰੀ ਸਟਾਰਟਿੰਗ ਕਰਨੀ ਹਰ ਲਾਈਫ ਦੀ ਹਾਰਡ ਆ,
ਤੇ ਇਵਨ ਕਿ ਅਸੀਂ ਇਹੀ ਸੋਚਿਆ ਸੀ ਵੀ ਅਸੀਂ ਨਿਊਜ਼ੀਲੈਂਡ ਹੀ ਆਪਦਾ ਫਿਊਚਰ ਬਣਾਉਣਾ। ਮਤਲਬ ਲਗਾਤਾਰ ਪਿਛਲੇ 1.5 ਸਾਲ ਤੋਂ ਤੁਸੀਂ ਰੈਂਟ ਵਗੈਰਾ ਸਾਰਾ ਇੱਥੋਂ ਪੇ ਕਰ ਰਹੇ ਹੋ? ਹਾਂਜੀ, ਇੱਥੋਂ ਪੇ ਕਰ ਰਹੇ ਹਾਂ। ਹੁਣ ਤਾਂ ਬਸ ਇਹੀ ਆ ਵੀ ਅਕਾਊਂਟਸ ਦੇ ਵਿੱਚ ਵੀ ਕੁਛ ਨਹੀਂਗਾ, ਬਿਲਕੁਲ ਸੇਵਿੰਗ ਸਾਡੀ ਖਤਮ ਹੋ ਗਈ ਆ। ਤੇ ਆਪਣੇ ਤਾਂ ਲਗਾਤਾਰ ਜੇ ਬੰਦਾ ਕੰਮ ਵੀ ਕਰਦਾ ਰਹੇ ਨਿਊਜ਼ੀਲੈਂਡ, ਫਿਰ ਵੀ ਰੈਂਟ ਵਗੈਰਾ ਜਾਂ ਲੋਨ ਪੇ ਕਰਨੇ ਬੜੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਪਰ ਫਿਰ ਤੁਸੀਂ 1.5 ਸਾਲ ਤੋਂ ਇੱਥੇ ਆ ਤਾਂ ਇਹ ਤਾਂ ਬਹੁਤ ਤਕਲੀਫ ਆਈ ਹੋਣੀ ਉਹਨਾਂ ਨੂੰ ਪੇ ਕਰਨ ਦੇ ਲਈ? ਬਹੁਤ ਜ਼ਿਆਦਾ ਹੀ ਵੀਰ ਜੀ। ਹਜੇ ਤੱਕ ਇਵਨ ਕਿ ਅਸੀਂ ਇਹੀ ਸੋਚਿਆ ਵੀ ਜਿੱਦਾਂ ਹੁਣ ਕਈ ਐਸੋਸੀਏਸ਼ਨਸ ਨੇ ਉਹ ਅੱਗੇ ਆਈਆਂ, ਸਾਡੀ ਹੈਲਪ ਕਰ ਰਹੇ ਆ, ਬਸ ਉਹਨਾਂ ਨੂੰ ਦੇਖ ਕੇ ਸਾਨੂੰ ਕਈ ਵਾਰੀ ਉਮੀਦ ਆ ਜਾਂਦੀ ਆ ਵੀ ਸ਼ਾਇਦ ਅਸੀਂ ਵਾਪਸ ਜਾਵਾਂਗੇ, ਇਸ ਕਰਕੇ ਅਸੀਂ ਜਸਟ ਰੈਂਟ ਪੇ ਕਰ ਰਹੇ ਹਾਂ। ਨਹੀਂ ਜੇ ਕੋਈ ਵੀ ਨਾ ਅੱਗੇ ਆਉਂਦਾ ਫਿਰ ਤਾਂ ਹੋਪਫੁਲੀ ਅਸੀਂ ਕੁਝ ਵੀ ਨਾ ਪੇ ਕਰਦੇ। ਕਈ ਵਾਰੀ ਸਾਨੂੰ ਮੇਲਸ ਆਉਂਦੀਆਂ ਵੀ ਤੁਸੀਂ ਇੰਨਾ ਪੇ ਕਰੋ, ਇੰਨਾ, ਬਸ ਉਹ ਹਿੰਮਤ ਕਰਕੇ ਪੇ ਕਰਨਾ ਪੈਂਦਾ। ਇੱਥੇ ਸਰਵਾਈਵ ਕਰਨਾ ਇਟਸ ਟੂ ਹਾਰਡ ਨਾਓ। ਮਤਲਬ ਆਪ ਸੋਚਦੇ ਹਾਂ ਵੀ ਉੱਥੋਂ ਦਾ ਪੇ ਕਰ ਦਈਏ, ਇੱਥੇ ਘੱਟ ਖਾਈਏ, ਬਟ ਉੱਥੋਂ ਦੇ ਲਈ ਕੁਝ ਸੇਵ ਕਰਕੇ ਰੱਖ ਲਈਏ ਜਾਂ ਉੱਥੇ ਰੈਂਟ ਵਗੈਰਾ ਚੱਲੀ ਜਾਣ ਤਾਂ ਜੋ ਥੋੜਾ ਬਹੁਤਾ ਸਾਡੇ ਲਈ ਉੱਥੇ ਵੀ ਬਚ ਜਾ। ਤੁਸੀਂ ਵੀ ਇੱਥੇ ਹੋ, ਤੁਹਾਡੇ ਪਾਰਟਨਰ ਵੀ ਜਿਹੜੇ ਇੱਥੇ ਨੇ ਨਾ ਇੰਡੀਆ ਦੇ ਵਿੱਚ ਨੇ, ਦੋਵਾਂ ਨੇ ਹੁਣ ਸੀਗਾ ਕਮਾਉਣਾ ਸੀਗਾ, ਆਪਣੀ ਇੱਕ ਫੈਮਿਲੀ ਜਿਹੜੀ ਆ ਉਹ ਸਪੋਰਟ ਸਿਸਟਮ ਬਣਨਾ ਸੀਗਾ, ਬਟ ਰਾਈਟ ਨਾਓ ਫੈਮਿਲੀ ਦੇ ਉੱਤੇ ਡਿਪੈਂਡ ਹੋ ਗਏ ਹੋਣੇ ਆ। ਕਿਹੋ ਜਿਹੇ ਹਾਲਾਤ ਨੇ ਫੈਮਿਲੀ ਦੇ? ਬਹੁਤ ਹਾਰਡ ਨੇ ਵੀਰ ਜੀ ਸਾਰੇ। ਮਤਲਬ ਮੇਰੇ ਪਾਰਟਨਰ ਦੇ ਜਿੱਦਾਂ ਫਾਦਰ ਹੈ ਨਹੀਂ ਗੇ, ਸਾਰਾ ਸਾਡੇ 'ਤੇ ਹੀ ਸੀਗਾ ਘਰ। ਅਸੀਂ ਜਦੋਂ ਗਏ ਸੀ, ਜਦੋਂ ਮੈਰਿਜ ਕਰਵਾਉਣ ਆਏ ਸੀ, ਉਦੋਂ ਇਹ ਸੋਚਿਆ ਸੀ ਵੀ ਸਭ ਤੋਂ ਪਹਿਲਾਂ ਮਤਲਬ ਅਸੀਂ ਆਪਦੇ ਫੈਮਿਲੀ ਨੂੰ ਸਟੈਂਡ ਕਰਨਾ, ਬਟ ਹੁਣ ਸਾਡੇ ਦਿਮਾਗ 'ਚ ਇਹ ਚੱਲ ਰਿਹਾ ਵੀ ਅਸੀਂ ਖੁਦ ਹੀ ਸਟੈਂਡ ਹੋ ਜਾਈਏ, ਉਹੀ ਬਹੁਤ ਆ। ਬਿਕੋਜ਼ ਹੁਣ ਅਸੀਂ ਉਹਨਾਂ 'ਤੇ ਡਿਪੈਂਡ ਆ ਰਾਦਰ ਦੈਨ ਕਿ ਉਹਨਾਂ ਨੂੰ ਸਾਡੇ 'ਤੇ ਹੋਣਾ ਚਾਹੀਦਾ ਸੀ, ਤੇ ਇਸ ਕਰਕੇ ਸਾਡੇ ਲਈ ਬਹੁਤ ਹਾਰਡ ਆ ਹੁਣ ਇੱਥੇ। ਫੀਲ ਕਰਦੇ ਹੋ ਕਿ ਧੋਖੇ ਦਾ ਸ਼ਿਕਾਰ ਹੋਇਆ ਕਿਤੇ ਨਾ ਕਿਤੇ ਨਿਊਜ਼ੀਲੈਂਡ ਗਵਰਨਮੈਂਟ ਵੱਲੋਂ, ਕਿਉਂਕਿ ਇੱਕਦਮ ਇੱਕ ਅਨਾਉਂਸਮੈਂਟ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ? ਬਿਲਕੁਲ ਵੀਰ ਜੀ। ਉਸ ਦਿਨ ਸਾਡੀ ਮੈਰਿਜ ਦੇ ਸੈਰੇਮਨੀਜ਼ ਚੱਲ ਰਹੀਆਂ ਸੀ, ਅਸੀਂ ਜਸਟ ਇਹ ਸੋਚਿਆ ਸੀ ਜਸਟ ਫॉर 1 ਮੰਥ ਹੀ ਆ, ਬਟ ਉਸ ਦਿਨ ਇਵਨ ਕਿ 22 ਮਾਰਚ ਨੂੰ ਇੱਥੇ ਵੀ ਲੋਕਡਾਊਨ ਲੱਗ ਗਿਆ ਤੇ ਉੱਧਰੋਂ ਵੀ ਇਹ ਨਿਊਜ਼ ਮਿਲ ਗਈ। ਬਹੁਤ ਹਾਰਡ ਆ। ਹਜੇ ਤੱਕ ਕਰਵਾਉਣ ਮੈਰਿਜ ਆਈ ਸੀ, ਬਟ ਇਹ ਸੋਚ ਰਿਹਾ ਵੀ ਇਹ ਸਟ੍ਰੈਸ ਲਾਈਫ ਬਣ ਗਈ ਹੈ, ਨਾ ਕਿ ਇੱਕ ਮੈਰਿਜ ਆ। ਤੁਸੀਂ ਜੌਬ ਕਰਦੇ ਸੀ ਨਿਊਜ਼ੀਲੈਂਡ ਦੇ ਵਿੱਚ? ਹਾਂਜੀ, ਮੈਂ ਡਿਊਟੀ ਮੈਨੇਜਰ ਸੀ KFC ਦੇ ਵਿੱਚ। ਤੇ ਹੁਣ ਕਾਲਸ ਵਗੈਰਾ ਉੱਥੋਂ ਆਉਂਦੀਆਂ ਨੇ ਤੁਹਾਡੇ ਫਰੈਂਡ ਸਰਕਲ ਤੋਂ? ਸਪੋਰਟ ਸਿਸਟਮ ਬਣਦੇ ਨੇ? ਹਾਂਜੀ, ਕਾਲਸ ਵਗੈਰਾ ਆਉਂਦੀਆਂ। ਇਵਨ ਕਿ ਮੇਰੇ ਓਨਰ ਨੇ ਖੁਦ ਮੈਨੂੰ ਕਾਲ ਕੀਤੀ ਸੀ, 1 ਈਅਰ ਹੋ ਗਿਆ, ਡੇਲੀ ਬੇਸਿਸ 'ਤੇ ਗੱਲ ਹੁੰਦੀ ਰਹੀ ਆ ਸਾਡੀ ਵੀ ਅਸੀਂ ਤੁਹਾਡੀ ਪੋਜੀਸ਼ਨ ਹੋਲਡ 'ਤੇ ਰੱਖੀ ਆ, ਜਦੋਂ ਵੀ ਸਾਨੂੰ ਚਾਂਸ ਮਿਲਿਆ ਸੀ ਤੁਹਾਨੂੰ ਬੁਲਾਵਾਂ। ਉਹਨਾਂ ਨੇ ਅਪੀਲ ਵੀ ਬਹੁਤ ਕੀਤੀ ਸੀ, ਬਟ ਸਮਹਾਓ ਕਿ ਕਿਸੇ ਨੇ ਗਵਰਨਮੈਂਟ ਹੀ ਨਹੀਂ ਸਪੋਰਟ ਕਰ ਰਹੀ, ਫਿਰ ਓਨਰ ਤਾਂ ਕਿੱਦਾਂ ਸਪੋਰਟ ਕਰ ਸਕਦਾ? ਕੀ ਕਾਰਨ ਕੀ ਲੱਗਦਾ ਤੁਹਾਨੂੰ ਕਿ ਕਿਉਂਕਿ ਬਹੁਤ ਸਾਰੇ ਖਿਡਾਰੀ ਜਿਹੜੇ ਉਹ ਵੀ ਨਿਊਜ਼ੀਲੈਂਡ ਇਹਨਾਂ ਟਾਈਮਾਂ ਵਿੱਚ ਜਾ ਰਹੇ ਆ, ਬਹੁਤ ਸਾਰੇ ਸਟਾਰਸ ਜਿਹੜੇ ਆ ਉਹ ਵੀ ਜਾ ਰਹੇ ਆ, ਪਰ ਤੁਸੀਂ ਉੱਥੇ ਦੇ ਟੈਕਸ ਪੇਅਰ ਸੀਗੇ, ਤੁਸੀਂ ਉਸ ਕੰਟਰੀ ਨੂੰ ਬਹੁਤ ਕੁਝ ਦਿੱਤਾ ਆ, ਤੁਹਾਡੇ ਨਾਲ ਵਰਤੀਰਾ ਕੀਤਾ ਗਿਆ, ਕਾਰਨ ਕੀ ਲੱਗਦੇ ਤੁਹਾਨੂੰ? ਆਈ ਡੋਂਟ ਨੋ ਕਿ ਕਾਰਨ ਕੀ ਹੋ ਸਕਦੇ, ਬਿਕੋਜ਼ ਮੇਬੀ ਮਾਈਗ੍ਰੈਂਟਸ ਨੂੰ ਪ੍ਰਾਈਮ ਮਿਨਿਸਟਰ ਸਪੋਰਟ ਨਹੀਂ ਕਰ ਰਹੇ, ਔਰ ਹਜੇ ਤੱਕ ਰੈਜ਼ੀਡੈਂਸੀ ਦਾ ਵੀ ਕੋਈ ਓਪੀਨੀਅਨ ਹੈ ਨਹੀਂ ਗਾ ਉਹਨਾਂ ਵੱਲੋਂ ਕਿ ਉਹ ਰੈਜ਼ੀਡੈਂਟ ਨਹੀਂ ਚਾਹੁੰਦੇ ਇੱਧਰ ਵੀ ਇੰਡੀਆ ਤੋਂ ਜਾਂ ਹੋਰ ਮਾਈਗ੍ਰੈਂਟਸ ਹੋਰ ਕਿਸੇ ਕੰਟਰੀ ਤੋਂ ਆਉਣ। ਮੇਬੀ ਸ਼ਾਇਦ ਇਹੀ ਹੋਵੇ। ਐਂਡ ਮੇਰੇ ਹਿਸਾਬ ਨਾਲ ਸਟੂਡੈਂਟ ਵੀਜ਼ਾ ਵੀ ਹੋ ਸਕਦਾ, ਬਿਕੋਜ਼ ਅਸੀਂ ਵਰਕ ਵੀਜ਼ੇ 'ਤੇ ਹਾਂ ਐਂਡ ਹਜੇ ਤੱਕ ਸਟੂਡੈਂਟ ਵੀਜ਼ਾ ਦੀਆਂ ਵੀ ਉਹਨਾਂ ਨੇ ਫਾਈਲਸ ਨਹੀਂ ਚੱਕੀਆਂ, ਬਿਕੋਜ਼ ਅਸੀਂ ਸਾਰੀ ਫੀਸ ਪੇ ਕਰ ਚੁੱਕੇ ਹਾਂ ਆਲਮੋਸਟ, ਐਂਡ ਸਾਡੇ ਤੋਂ ਉਹਨਾਂ ਨੂੰ ਕੋਈ ਐਕਸਪੈਕਟੇਸ਼ਨਸ ਹੈ ਨਹੀਂ ਗੀਆਂ ਵੀ ਅਸੀਂ ਉਹਨਾਂ ਨੂੰ ਕੋਈ ਫੰਡਸ ਦੇਵਾਂਗੇ। ਮੇਬੀ ਦਿਸ ਇਜ਼ ਦਾ ਮੇਨ ਰੀਜ਼ਨ। ਨਿਊਜ਼ੀਲੈਂਡ ਗਵਰਨਮੈਂਟ ਤੋਂ ਜਾਂ ਫਿਰ ਪੰਜਾਬੀ ਭਾਈਚਾਰੇ ਤੋਂ ਕੋਈ ਉਮੀਦ ਹੈ ਤੁਹਾਨੂੰ ਕਿ? ਹਾਂਜੀ ਵੀਰ ਜੀ, ਬਹੁਤ ਜ਼ਿਆਦਾ। ਮੈਂ ਤਾਂ ਰਿਕੁਐਸਟ ਕਰਦੀ ਹਾਂ ਹਰ ਇੱਕ ਨੂੰ, ਹਰ ਪੰਜਾਬੀ ਭਾਈਚਾਰੇ ਨੂੰ ਜਾਂ ਮਾਈਗ੍ਰੈਂਟਸ ਐਸੋਸੀਏਸ਼ਨ ਨੂੰ, ਈਵਨ ਨਿਊਜ਼ੀਲੈਂਡ ਗਵਰਨਮੈਂਟ ਨੂੰ ਹਜੇ ਤੱਕ, ਬਿਕੋਜ਼ ਅਸੀਂ ਆਪਦਾ ਗੋਲਡਨ ਪੀਰੀਅਡ ਆਫ ਟਾਈਮ ਉੱਥੇ ਸਪੈਂਡ ਕਰਨਾ ਚਾਹੁੰਦੇ ਸੀ, ਕਦੇ ਹਜੇ ਵੀ ਕਰਨਾ ਚਾਹੁੰਦੇ ਹਾਂ ਵੀ ਹਜੇ ਸਾਡੀਆਂ ਬਹੁਤ ਉਮੀਦਾਂ। ਸੋ ਪਲੀਜ਼ ਆਈ ਬੈਗ, ਈਵਨ ਇਟਸ ਅ ਹੰਬਲ ਰਿਕੁਐਸਟ ਕਿ ਬਾਰਡਰ ਜਲਦੀ ਤੋਂ ਜਲਦੀ ਓਪਨ ਕਰਨ ਤਾਂ ਜੋ ਅਸੀਂ ਵੀ ਜਾ ਸਕੀਏ। ਚਾਹੇ ਕੁਛ ਨਹੀਂ, ਜਸਟ ਇੱਕ ਮੈਮੋਰੀਜ਼ ਨੇ ਸਾਡੀਆਂ ਉੱਥੇ, ਸਾਡੀ ਫੈਮਿਲੀ ਨੇ ਖੁਦ। ਈਵਨ ਕਿ ਹਜੇ ਤੱਕ ਵੀ ਜਿਨ੍ਹਾਂ ਨਾਲ ਮੈਂ ਰਹਿ ਰਹੀ ਸੀ, ਡੇਲੀ ਬੇਸਿਸ 'ਤੇ ਗੱਲ ਹੁੰਦੀ ਹੈ, ਸਾਨੂੰ ਉਹ ਦਿਨ ਯਾਦ ਕਰਕੇ ਰੋਣਾ ਆਉਂਦਾ ਜਿਸ ਦਿਨ ਅਸੀਂ ਉੱਥੋਂ ਆਏ ਸੀਗੇ।
ਬਿਕੋਜ਼ ਇੰਨਾ ਟਾਈਮ ਕਿਸੇ ਨਾਲ ਰਹਿਣਾ 4-5 ਸਾਲ ਉਹ ਵੀ ਇੱਕ ਸਾਡੀ ਫੈਮਿਲੀ ਹੀ ਬਣ ਜਾਂਦੀ ਆ ਜੀ। ਤੇ ਇਸ ਕਰਕੇ ਅਸੀਂ ਰਿਕੁਐਸਟ ਕਰਦੇ ਹਾਂ ਜਸਟ ਵੀ ਬਾਰਡਰਸ ਓਪਨ ਕਰਨ, ਈਵਨ ਸਾਨੂੰ ਐਗਜ਼ੈਂਪਸ਼ਨ ਅਪਰੂਵ ਕਰ ਦੇਣ, ਕੁਆਰੰਟੀਨ ਦੀ ਫੀਸ ਅਸੀਂ ਪੇ ਰੈਡੀ ਕਰਨ ਆਲਰੇਡੀ ਸੀਗੀ, ਹਜੇ ਵੀ ਹੈਗੇ ਆ, ਬਟ ਸਾਨੂੰ ਇੱਕ ਵਾਰੀ ਤਾਂ ਚਾਂਸ ਦੇਣ। ਬਾਈ ਐਨੀ ਚਾਂਸ ਸਰਕਾਰ ਦਾ ਇਹੋ ਜਿਹਾ ਵਤੀਰਾ ਰਹਿੰਦਾ, ਹੋਰ ਥੋੜਾ ਟਾਈਮ ਲੌਂਗ ਪੀਰੀਅਡ ਲਈ ਇਹੀ ਵਤੀਰਾ ਰਹਿੰਦਾ, ਤਾਂ ਫਿਊਚਰ ਕੀ ਹੋਊਗਾ ਤੁਹਾਡਾ? ਕੁਛ ਵੀ ਨਹੀਂ ਵੀਰ ਜੀ, ਸਭ ਕੁਛ ਡੈਡ ਆ ਲਾਈਫ। ਹੁਣ ਤਾਂ ਫਿਊਚਰ ਹੁੰਦਾ ਅੱਜ ਦੇ ਇਸ ਟਾਈਮ ਦੇ ਦੇਖਿਆ ਜਾਵੇ ਮਨੀ ਚਾਹੀਦੀ ਆ ਹਰ ਕੇ, ਬਿਕੋਜ਼ ਸੇਵਿੰਗਸ ਖਤਮ ਹੋ ਗਈਆਂ, ਫਿਊਚਰ ਕੀ ਸੋਚ ਸਕਦੇ ਆ, ਇੱਥੇ ਹੀ ਰਹਿਣਾ ਪੈਣਾ ਫਿਰ ਸਾਰੀ ਉਮਰ ਦੇ ਲਈ। ਬਸ ਇੱਕ ਇਹ ਆ ਵੀ ਇੱਥੇ ਦੇਖ ਸਕਦੇ ਆ ਫੈਮਿਲੀ ਨੂੰ, ਫੈਮਿਲੀ ਸਾਡੇ ਤੋਂ ਵੀ ਸਟ੍ਰੈਸ ਲੈਂਦੀ ਹੈ ਸਾਨੂੰ ਦੇਖ ਦੇਖ ਕੇ, ਅਸੀਂ ਉਹਨਾਂ ਨੂੰ ਦੇਖ ਦੇਖ ਕੇ ਲੈਂਦੇ ਹਾਂ, ਹੋਰ ਕੁਛ ਨਹੀਂ। ਈਵਨ ਕਿ ਕਈ ਮੈਂ ਖੁਦ ਦੱਸ ਸਕਦੀ ਹਾਂ ਵੀ ਮੈਂ ਡਿਪਰੈਸ਼ਨ 'ਚੋਂ ਰਹਿ ਚੁੱਕੀ ਹਾਂ ਇਸ ਚੀਜ਼ ਪਿੱਛੇ, ਐਂਡ ਮੇਰੇ ਲਈ ਬਹੁਤ ਹਾਰਡ ਆ ਵੀ ਮੈਂ ਇੱਥੇ ਰਵਾਂ। ਫੈਮਿਲੀ ਹਰ ਲਈ ਜ਼ਰੂਰੀ ਆ, ਬਟ ਫਿਊਚਰ ਵੀ ਜ਼ਰੂਰੀ ਆ, ਅਰਨਿੰਗਸ ਵੀ ਜ਼ਰੂਰੀ ਆ। ਅਰਨਿੰਗਸ ਨਹੀਂ ਤਾਂ ਲਾਈਫ ਦੇ ਵਿੱਚ ਤਾਂ ਕੁਛ ਵੀ ਨਹੀਂ। ਜੀ ਬਿਲਕੁਲ। ਸੋ ਬਹੁਤ ਸਾਰੀਆਂ ਕਹਾਣੀਆਂ ਅੱਗੇ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਚੁੱਕੇ ਹਾਂ। ਸੋ ਭੈਣ ਦੀ ਸਟੋਰੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਕਿਵੇਂ ਵਿਆਹ ਕਰਾਉਣ ਦੇ ਲਈ ਇਹ ਇੱਥੇ ਇੰਡੀਆ ਦੇ ਵਿੱਚ ਆਏ ਸੀ, ਪਰ ਸਮਹਾਓ ਇੱਥੇ ਸਟਕ ਨੇ ਪਿਛਲੇ 1.5 ਸਾਲ ਤੋਂ। ਮੈਂ ਹਰ ਇੱਕ ਸਟੋਰੀ ਵਿੱਚ ਕਹਿੰਦਾ 500 ਤੋਂ 550 ਦਿਨ ਬਤੀਤ ਕਰਨੇ ਸਿਰਫ 15 ਦਿਨਾਂ ਦੇ ਲਈ ਕਿਤੇ ਆਉਣਾ, 15-20 ਦਿਨਾਂ ਦੇ ਲਈ ਜਦੋਂ ਆਪਾਂ ਸੋਚ ਕੇ ਕਿਤੇ ਜਾਂਦੇ ਹਾਂ, ਪਰ ਉੱਥੇ ਤੁਹਾਨੂੰ 500-550 ਦਿਨ ਜਿਹੜੇ ਉਹ ਬਤੀਤ ਕਰਨੇ ਪੈਂਦੇ ਆ। ਤਾਂ ਹਾਲਾਤ ਕਿਹੋ ਜਿਹੇ ਹੋਣਗੇ ਵਿਦਆਊਟ ਐਨੀ ਅਰਨਿੰਗਸ, ਕਿਉਂਕਿ ਇਨਕਮ ਦੇ ਸੋਰਸਿਸ ਜਿਹੜੇ ਆ ਉਹ ਸਾਰੇ ਨਿਊਜ਼ੀਲੈਂਡ 'ਤੇ ਹੀ ਨਿਰਭਰ ਹੁੰਦੇ ਸੀਗੇ। ਇੰਡੀਆ ਦੇ ਵਿੱਚ ਜੋਬ ਤਾਂ ਨਹੀਂ, ਬਹੁਤ ਸਾਰੇ ਕਮੈਂਟਸ ਆਉਂਦੇ ਆ ਕਿ ਇਹ ਲੋਕ ਇੰਡੀਆ ਵਿੱਚ ਜੋਬਸ ਕਿਉਂ ਨਹੀਂ ਕਰਦੇ। ਸੋ ਉਹਨਾਂ ਲਈ ਵੀ ਮੈਂ ਕਲੀਅਰ ਆਊਟ ਕਰ ਦੇਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਜੋਬਸ ਲਈ ਇਹਨਾਂ ਲੋਕਾਂ ਨੇ ਸਾਰਿਆਂ ਨੇ ਟਰਾਈ ਕੀਤੀ ਹੋਈ ਆ, ਪਰ ਇਹਨਾਂ ਦੇ ਸਰਟੀਫਿਕੇਟ ਜਿਹੜੇ ਆ ਉਹ ਨਿਊਜ਼ੀਲੈਂਡ ਦੇ ਵਿੱਚ ਪਏ ਹੋਏ ਨੇ। ਓਰੀਜਨਲ ਸਰਟੀਫਿਕੇਟ ਤੋਂ ਬਿਨਾਂ ਕੋਈ ਵੀ ਜੋਬ ਜਿਹੜੀ ਆ ਉਹ ਨਹੀਂ ਦਿੰਦਾ। ਅਤੇ ਬਾਕੀ ਸਾਰਿਆਂ ਨੂੰ ਜਦੋਂ ਪਤਾ ਲੱਗਦਾ ਕਿ ਨਿਊਜ਼ੀਲੈਂਡ ਤੋਂ ਸਟਕ ਹੋਏ ਫਸੇ ਨੇ, ਤਾਂ ਬਹੁਤ ਸਾਰੇ ਓਨਰਸ ਇਹ ਕਹਿ ਦਿੰਦੇ ਨੇ ਕਿ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਨੂੰ ਛੱਡ ਕੇ ਚਲੇ ਜਾਣਾ। ਸੋ ਨਾ ਇਹ ਲੋਕ ਇੱਧਰ ਦੇ ਨੇ, ਨਾਲ ਇਹ ਲੋਕ ਉੱਧਰ ਦੇ ਨੇ। ਸੋ ਬਹੁਤ ਸਾਰੀਆਂ ਹੋਰ ਮਾਈਗ੍ਰੈਂਟ ਸਟੋਰੀ ਦੇ ਨਾਲ ਤੁਹਾਡੇ ਨਾਲ ਹਾਜ਼ਰੀ ਭਰਾਂਗੇ। ਤਦ ਤੱਕ ਦੇ ਵੇਖਦੇ ਰਹੋ ਰੇਡੀਓ ਸਾਡੇ ਵਾਲਾ, ਸਾਡਾ TV। ਧੰਨਵਾਦ।